ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਿਆ। ਭਰਤੀ ਹੋਣ ਤੋਂ ਬਾਅਦ ਉਹ 8 ਰੈਜੀਮੈਂਟ ਵਿੱਚ ਭਰਤੀ ਹੋਇਆ ਤੇ ਜਦੋਂ ਭਰਤੀ ਹੋਣ ਤੋਂ ਬਾਅਦ ਕੁਝ ਮਹੀਨੇ ਬਾਅਦ ਹੀ ਸਾਡੀ ਮਾਤਾ ਜੀ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਪਿਤਾ ਦੀ ਡੈਥ ਹੋ ਗਈ। ਉਸ ਤੋਂ ਬਾਅਦ 1999 ਦੇ ਵਿੱਚ ਸਾਡੇ ਬ੍ਰਦਰ ਦੀ ਡੈਥ ਹੋ ਗਈ। ਅਸੀਂ ਸਿਰਫ ਉਹਦੀ ਯਾਦਗਾਰ ਚਾਹੁੰਦੇ ਹਾਂ। 21 ਸਾਲ ਹੋ ਗਏ ਸਾਨੂੰ ਰੌਲਾ ਪਾਉਂਦਿਆਂ ਨੂੰ, ਕੋਈ ਯਾਦਗਾਰ ਨਹੀਂ ਬਣਾਈ ਗਈ। ਬਾਕੀ ਹੋਰ ਸਰਕਾਰਾਂ ਬਹੁਤ ਕੁਝ ਕਰਦੀਆਂ ਨੇਗੀਆਂ, ਸ਼ਹੀਦਾਂ ਬਾਰੇ ਬਿਲਕੁਲ ਨਹੀਂ ਸੋਚਦੀਆਂ। ਭੋਗ ਤੇ ਆਏ ਸੀ ਬੜੇ ਬੜੇ ਲੀਡਰ, ਇੱਥੇ ਬੜੀਆਂ ਟਾਰਾਂ ਮਾਰੀਆਂ ਸੀਆਂ ਤੇ ਇਹ ਕਰਾਂਗੇ ਉਹ ਕਰਾਂਗੇ, ਸੰਗਰੂਰ 'ਚ ਬੁੱਤ ਲਗਾਵਾਂਗੇ, ਪਿੰਡ 'ਚ ਲਗਾਵਾਂਗੇ। ਅੱਜ ਤੱਕ 21 ਸਾਲ ਬੀਤ ਚੁੱਕੇ ਨੇ, ਕੁਛ ਨਹੀਂ ਲਗਵਾਇਆ। ਛੋਟੇ ਬੱਚੇ ਜਨਮ ਲੈਣ ਤੋਂ ਬਾਅਦ ਵੀ 21 ਸਾਲ ਹੋ ਕੇ ਭਰਤੀ ਹੋ ਗਏ ਨੇ ਤੇ ਸਰਵਿਸ ਕਰਦੇ ਨੇ ਫੌਜ ਦੇ ਵਿੱਚ, ਪਰ ਉਹਦੀ ਯਾਦਗਾਰ ਨੂੰ ਬਿਲਕੁਲ ਅਣਗੌਲਿਆ ਕਰ ਚੁੱਕੇ ਨੇ। ਤੇ ਬਾਕੀ ਸਾਡਾ ਤਾਂ ਇਹੀ ਆ ਬਸ ਵੀ ਯਾਦਗਾਰ ਬਣ ਜਾਵੇ ਉਹਦੀ, ਕੋਈ ਬਣਾ ਦੇਣ, ਚਾਹੇ ਬੁੱਤ ਲਗਾ ਦੇਣਾ ਤੇ ਚਾਹੇ ਉਹਦਾ ਗੇਟ ਬਣਾ ਦੇਣਾ। ਸਮੇਂ ਸਮੇਂ ਸਰਕਾਰਾਂ ਆਉਂਦੀਆਂ ਨੇ, ਲਾਰੇ ਲਾਉਂਦੀਆਂ ਨੇ, ਹਰ ਟੂਰਨਾਮੈਂਟ 'ਤੇ ਆਉਂਦੀਆਂ ਨੇ। ਸਾਡੇ 50 ਟੂਰਨਾਮੈਂਟ ਹੋ ਚੁੱਕੇ ਆ ਤੇ ਕੋਈ ਅਜੇ ਤੱਕ ਸਾਨੂੰ ਕਿਸੇ ਨੇ ਕੋਈ ਬੁੱਤ ਲਈ ਜਾਂ ਗੇਟ ਲਈ ਕਿਸੇ ਨੇ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ। ਕਾਰਗਿਲ ਸੈਕਟਰ ਦਾ ਸ਼ਹੀਦ ਨਾਇਕ ਬਹਾਦਰ ਸਿੰਘ, ਜਿਸ ਦਾ ਜਨਮ 18 ਜਨਵਰੀ 1970 ਈਸਵੀ ਵਿੱਚ ਹੋਇਆ, ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਬਨਭੌਰਾ ਵਿਖੇ। ਸਵਾਗਤ ਤੁਹਾਡਾ ਤੇ ਮੈਂ ਸੁੱਖਾ ਖੇੜੀਵਾਲਾ, ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ। ਗੱਲ ਕਰਦੇ ਹਾਂ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਸ਼ਹੀਦਾਂ ਕਰਕੇ ਅੱਜ ਅਸੀਂ ਦੇਸ਼ ਦੇ ਅੰਦਰ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਤਸਵੀਰਾਂ ਦਿਖਾਵਾਂਗੇ ਤੁਹਾਨੂੰ ਪਰਿਵਾਰਕ ਮੈਂਬਰਾਂ ਦੀ, ਉਸ ਪਰਿਵਾਰਕ ਮੈਂਬਰਾਂ ਦੀ ਜਿਨ੍ਹਾਂ ਨੇ ਕਰਕੇ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ। ਜੀ ਹਾਂ, ਕਾਰਗਿਲ ਸੈਕਟਰ ਦਾ ਸ਼ਹੀਦ ਨਾਇਕ ਬਹਾਦਰ ਸਿੰਘ, ਜਿਸ ਦਾ ਜਨਮ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਬਨਭੌਰਾ ਵਿਖੇ ਹੋਇਆ। 18 ਜਨਵਰੀ 1970 ਦੇ ਵਿੱਚ ਜਨਮ ਹੋਇਆ ਇਸ ਮਹਾਨ ਯੋਧੇ ਦਾ ਅਤੇ ਇਹ 8 ਸਿੱਖ ਰੈਜੀਮੈਂਟ ਜਵਾਨਾਂ ਦੇ ਨਾਲ ਟਾਈਗਰ ਹਿੱਲ ਤੇ ਜਾ ਕੇ ਫਤਿਹ ਹਾਸਲ ਕੀਤੀ ਸੀ। ਦੱਸ ਦਈਏ ਕਿ 35 ਸਿੱਖ ਨੌਜਵਾਨ ਸ਼ਹੀਦ ਹੋਏ ਤੇ 80 ਜਿਹੜੇ ਨੌਜਵਾਨ ਉਹ ਜ਼ਖਮੀ ਹੋਏ ਕਾਰਗਿਲ ਦੇ ਇਸ ਯੁੱਧ ਦੇ ਵਿੱਚ। ਜੇਕਰ ਗੱਲ ਕਰੀਏ ਸ਼ਹੀਦ ਨਾਇਕ ਬਹਾਦਰ ਸਿੰਘ ਦੀ ਤਾਂ 1987 ਦੇ ਵਿੱਚ 10ਵੀਂ ਪਾਸ ਕੀਤੀ, 1988 ਦੇ ਵਿੱਚ ਫੌਜ ਦੇ ਵਿੱਚ ਭਰਤੀ ਅਤੇ 1999 ਦੇ ਵਿੱਚ ਕਾਰਗਿਲ ਦੌਰਾਨ ਉਸ ਦੀ ਤੈਨਾਤੀ ਕੀਤੀ ਗਈ ਅਤੇ 26 ਮਈ, ਜੀ ਹਾਂ 26 ਮਈ 1999 ਨੂੰ ਇਸ ਨਾਇਕ ਬਹਾਦਰ ਸਿੰਘ ਸ਼ਹੀਦੀ ਪਾ ਗਿਆ ਦੇਸ਼ ਦੇ ਨਾਂ। ਇੱਕ ਵੱਡੀ ਕੁਰਬਾਨੀ, ਕਿਉਂਕਿ ਇੱਕ ਛੋਟੀ ਉਮਰ ਦੇ ਵਿੱਚ ਬਚਪਨ ਦੇ ਵਿੱਚ ਹੀ ਦੇਸ਼ ਦੇ ਲਈ ਇੱਕ ਜਜ਼ਬਾ ਰੱਖਣਾ, ਇੱਕ ਜਨੂਨ ਰੱਖਣਾ, ਜਿਸ ਦੇ ਵਿੱਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਉਸ ਦੇ ਵਿੱਚ ਦੇਸ਼ ਦੇ ਲਈ ਕੁਰਬਾਨ ਹੋਣ ਦਾ ਜਜ਼ਬਾ ਪਰਿਵਾਰਕ ਮੈਂਬਰਾਂ ਨੇ ਵੇਖਿਆ। ਪਿੰਡ ਬਨਭੌਰਾ ਵਿਖੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਤੇ ਪਿੰਡ ਦੇ ਕੁਝ ਲੋਕ ਹੀ ਮੌਜੂਦ ਨੇ। ਹਰ ਸਾਲ ਕਾਗਜ਼ਾਂ ਦੇ ਦੁਆਰਾ ਹੀ ਇਸ ਸ਼ਹੀਦੀ ਦਿਹਾੜੇ ਦਾ ਪਤਾ ਚੱਲਦਾ, ਪਰ ਆਮ ਆਵਾਮ, ਆਮ ਲੋਕਾਂ ਨੂੰ ਇਸ ਪਿੰਡ ਦੇ ਸ਼ਹੀਦ ਬਾਰੇ ਘੱਟ ਹੀ ਜਾਣਕਾਰੀ ਹੈ। ਗੱਲਬਾਤ ਕਰ ਲੈਂਦੇ ਹਾਂ ਨਾਇਕ ਸ਼ਹੀਦ ਬਹਾਦਰ ਸਿੰਘ ਦੇ ਭਰਾ ਦੇ ਨਾਲ, ਜਿਨ੍ਹਾਂ ਦਾ ਨਾਮ ਬਲਵੀਰ ਸਿੰਘ ਹੈ। ਗੱਲਬਾਤ ਕਰਾਂਗੇ, ਕੀ ਕਹਿਣਾ ਤੁਹਾਡਾ ਜਿਹੜਾ ਬਚਪਨ ਦੇ ਵਿੱਚ ਹੀ ਕਿਸ ਤਰ੍ਹਾਂ ਬਚਪਨ ਗੁਜ਼ਰਿਆ ਸ਼ਹੀਦ ਬਹਾਦਰ ਸਿੰਘ ਦਾ? ਜੀ ਸਭ ਤੋਂ ਪਹਿਲਾਂ ਤੁਹਾਡਾ ਸੱਚਿਆਂ ਤੇ ਧੰਨਵਾਦ ਪਰਿਵਾਰ ਵੱਲੋਂ। ਤੇ ਜਿੱਥੋਂ ਤੱਕ ਸਾਡੇ ਛੋਟੇ ਬ੍ਰਦਰ ਬਹਾਦਰ ਸਿੰਘ ਦਾ ਸੰਬੰਧ ਹੈਗਾ, ਛੋਟੀ ਉਮਰ ਦੇ ਵਿੱਚ ਉਹਦਾ ਜਨਮ ਜਿਹੜਾ ਹੈਗਾ 18/1/1970 ਨੂੰ ਹੋਇਆ ਪਿੰਡ ਬਨਭੌਰਾ ਵਿਖੇ ਤੇ ਉਹ ਸਾਡੇ ਸਾਰੇ ਭੈਣਾਂ ਭਰਾਵਾਂ ਤੋਂ ਛੋਟਾ ਸੀ ਔਰ ਲਾਡਲਾ ਸੀ ਜੀ। ਤੇ ਉਹਨੇ ਪੜ੍ਹਾਈ ਕਿੰਨੀ ਤੱਕ ਪੜ੍ਹਾਈ ਕੀਤੀ? 10ਵੀਂ ਤੱਕ ਸਾਡੇ ਸਕੂਲ ਤੇ ਕੀਤੀ। 10ਵੀਂ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਿਆ। ਭਰਤੀ ਹੋਣ ਤੋਂ ਬਾਅਦ ਉਹ 8 ਰੈਜੀਮੈਂਟ ਵਿੱਚ ਭਰਤੀ ਹੋਇਆ ਤੇ ਜਦੋਂ ਭਰਤੀ ਹੋਣ ਤੋਂ ਬਾਅਦ ਕੁਝ ਮਹੀਨੇ ਬਾਅਦ ਹੀ ਸਾਡੀ ਮਾਤਾ ਜੀ ਦੀ ਡੈਥ ਹੋ ਗਈ।
ਤੇ ਉਸ ਤੋਂ ਬਾਅਦ ਪਿਤਾ ਦੀ ਡੈਥ ਹੋ ਗਈ। ਉਸ ਤੋਂ ਬਾਅਦ 1999 ਦੇ ਵਿੱਚ ਸਾਡੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ। ਅਸੀਂ ਕੁਛ ਨਹੀਂ ਚਾਹੁੰਦੇ, ਅਸੀਂ ਸਿਰਫ ਉਹਦੀ ਯਾਦਗਾਰ ਚਾਹੁੰਦੇ ਹਾਂ। 21 ਸਾਲ ਹੋ ਗਏ ਸਾਨੂੰ ਰੌਲਾ ਪਾਉਂਦਿਆਂ ਨੂੰ, ਕੋਈ ਯਾਦਗਾਰ ਨਹੀਂ ਬਣਾਈ ਗਈ ਤੇ ਸਾਨੂੰ ਜਾਣਦਿਆਂ ਸੀ ਵੀ ਸਾਡੇ 21 ਸਾਲ ਕਿਵੇਂ ਤਰਫਦਾਰ ਨਿਕਲਦੇ ਨੇ, ਕੋਈ ਯਾਦਗਾਰ ਨਹੀਂ ਉਹਦੀ, ਕੁਛ ਨਹੀਂ। ਅਸੀਂ ਆਪਦੇ ਪਰਿਵਾਰ ਕੁਛ ਨਹੀਂ ਚਾਹੁੰਦੇ, ਬਿਲਕੁਲ ਵੀ ਸਾਨੂੰ ਕੋਈ ਲੋੜ ਨਹੀਂ। ਅਸੀਂ ਸ਼ਰਦੇ ਪੁੱਜਦੇ ਪਰਿਵਾਰ ਚੋਂ ਆ ਕੇ, ਸਾਡਾ ਕੋਈ ਉਹ ਨਹੀਂ, ਸਾਡਾ ਵਧੀਆ ਖਾਣ ਪੀਣ ਚੱਲਦਾ ਹੈਗਾ। ਪਰ ਬਾਕੀ ਜੋ ਯਾਦਗਾਰ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ, ਕੋਈ ਨਹਿਰ ਤੇ ਬੁੱਤ ਲੱਗਿਆ ਜਾਵੇ ਜਾਂ ਉਹਦਾ ਕੋਈ ਯਾਦਗਾਰੀ ਗੇਟ ਬਣਾਵੇ। ਬਾਕੀ ਹੋਰ ਸਰਕਾਰਾਂ ਬਹੁਤ ਕੁਝ ਕਰਦੀਆਂ ਨੇਗੀਆਂ, ਅਸੀਂ ਸ਼ਹੀਦਾਂ ਬਾਰੇ ਬਿਲਕੁਲ ਨਹੀਂ ਸੋਚਦੀਆਂ। ਤੇ ਜਦੋਂ ਭੋਗ ਤੇ ਆਏ ਸੀ ਵੱਡੇ ਵੱਡੇ ਲੀਡਰ, ਇੱਥੇ ਬੜੀਆਂ ਟਾਰਾਂ ਮਾਰੀਆਂ ਤੀਆਂ ਤੇ ਜੇ ਕਰਾਂਗੇ ਉਹ ਕਰਾਂਗੇ, ਸੰਗਰੂਰ 'ਚ ਬੁੱਤ ਲਗਾਵਾਂਗੇ, ਪਿੰਡ 'ਚ ਲਗਾਵਾਂਗੇ। ਅੱਜ ਤੱਕ 21 ਸਾਲ ਬੀਤ ਚੁੱਕੇ ਨੇ, ਕੁਛ ਨਹੀਂ ਲਗਵਾਇਆ। ਛੋਟੇ ਬੱਚੇ ਜਨਮ ਲੈਣ ਤੋਂ ਬਾਅਦ ਵੀ 21 ਸਾਲ ਹੋ ਕੇ ਭਰਤੀ ਹੋ ਗਏ ਨੇ ਤੇ ਸਰਵਿਸ ਕਰਦੇ ਨੇ ਫੌਜ ਦੇ ਵਿੱਚ, ਪਰ ਉਹਦੀ ਯਾਦਗਾਰ ਨੂੰ ਬਿਲਕੁਲ ਅਣਗੌਲਿਆ ਕਰ ਚੁੱਕੇ ਨੇ। ਕਿੰਨਾ ਕੁ ਦੁੱਖ ਮਹਿਸੂਸ ਹੁੰਦਾ ਇਸ ਚੀਜ਼ ਨੂੰ ਲੈ ਕੇ? ਹਾਂਜੀ, ਦੁੱਖ ਕਿੰਨਾ ਕੁ ਹੁੰਦਾ ਇਸ ਚੀਜ਼ ਨੂੰ ਲੈ ਕੇ? ਦੁੱਖ ਸਾਨੂੰ ਬਹੁਤ ਹੈ ਜੀ, ਦੁੱਖ ਤੋਂ ਦੱਸ ਨਹੀਂ ਸਕਦੇ ਦੁੱਖ ਤੁਸੀਂ। ਬਾਕੀ ਜੋ ਯਾਦਗਾਰ ਹੀ ਚਾਹੁੰਦੇ ਆ ਇਕੱਲੀ, ਉਹ ਸਾਡੇ ਸਰਪੰਚ ਸਾਹਿਬ ਪਹੁੰਚੇ ਹੋਏ ਨੇ, ਵਿਸਤਾਰ ਨਾਲ ਉਹ ਦੱਸਣਗੇ। ਤੇ ਬਚਪਨ ਕਿਹੋ ਜਿਹਾ ਰਿਹਾ ਬਹਾਦਰ ਸਿੰਘ? ਬਚਪਨ ਉਹਨਾਂ ਦਾ ਬਹੁਤ ਵਧੀਆ ਸੀਗਾ ਤੇ ਬਹੁਤ ਦਲੇਰ ਸੀ ਪਹਿਲਾਂ ਤੋਂ। ਉਹ ਫੌਜ 'ਚ ਭਰਤੀ ਹੋਣਾ ਚਾਹੁੰਦੇ ਸੀ ਨਿੱਕੇ ਹੁੰਦੇ, ਤਾਂ ਪਰ ਪੜ੍ਹਨ ਤੋਂ 1 ਸਾਲ ਬਾਅਦ ਉਹ ਫੌਜ 'ਚ ਭਰਤੀ ਹੋ ਗਏ। ਹਾਂਜੀ, ਬਿਲਕੁਲ ਬਿਲਕੁਲ ਜੀ। ਘਰੇਲੂ ਮਹਿਲਾਵਾਂ ਵੀ ਨੇ, ਉਹਨਾਂ ਨਾਲ ਵੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਜੀ। ਕੀ ਮੰਨਣਾ ਤੁਹਾਡਾ, ਕਿੰਨਾ ਕੁ ਅੱਜ ਯਾਦ ਹੈਗੀ ਆ, ਕਿੰਨੀ ਕੁ ਘਾਟ ਹੈਗੀ ਆ ਸ਼ਹੀਦ ਨਾਇਕ ਬਹਾਦਰ ਸਿੰਘ ਦੀ? ਘਾਟ ਤਾਂ ਵੀਰ ਜੀ ਹੈਗੀ ਆ ਹੁਣ, ਤੇ ਬਾਕੀ ਸਾਡਾ ਤਾਂ ਇਹੀ ਆ ਬਸ ਵੀ ਯਾਦਗਾਰ ਬਣ ਜਾਵੇ ਉਹਦੀ। ਕੋਈ ਬਣਾ ਦੇਣ, ਚਾਹੇ ਬੁੱਤ ਲਗਾ ਦੇਣ ਤੇ ਚਾਹੇ ਉਹਦਾ ਗੇਟ ਬਣਾ ਦੇਣ, ਬਸ ਸਾਡੀ ਤਾਂ ਇਹੀ ਆ ਮੰਗ, ਹੋਰ ਕੋਈ ਮੰਗ ਨਹੀਂ ਸਾਡੀ। ਹੋਰ ਅਸੀਂ ਕਰਦੇ ਆ, ਖਾਂਦੇ ਆ, ਵਧੀਆ ਉਹਦਾ ਗੁਜ਼ਾਰਾ ਸਾਡਾ ਹੁੰਦਾ, ਬਸ ਇਹੀ ਆ ਸਾਡੀ ਤਾਂ ਮੰਗ। ਕੀ ਲੱਗਦਾ ਲੋਕਾਂ ਨੂੰ ਪਤਾ ਕਿ ਇਹ ਸ਼ਹੀਦ ਦਾ ਪਿੰਡ ਆ? ਹਾਂਜੀ, ਕੀ ਪਤਾ ਜੀ ਹੁਣ ਆਪਾਂ ਨੂੰ ਲੱਗਦਾ ਕਿ ਨਹੀਂ ਲੱਗਦਾ, ਇਹ ਤਾਂ ਹੁਣ ਨਹੀਂ ਜੀ, ਨਾ ਜੀ। ਕਦੇ ਸਾਰ ਲਈ ਆ ਕਿਸੇ ਨੇ ਆ ਕੇ ਪਰਿਵਾਰ ਦੀ? ਨਾ ਜੀ, ਕਿਸੇ ਕੋਈ ਨਹੀਂ ਆਇਆ ਸਾਡੇ ਕੋਲੇ, ਹੁਣ ਤਾਂ ਕੋਈ ਨਹੀਂ ਆਇਆ ਕਦੇ ਸਾਡੇ ਕੋਲੇ। ਬਹਾਦਰ ਵਿਆਹ ਹੋਇਆ ਸੀ ਜੀ ਬਹਾਦਰ ਦਾ ਜਾਂ ਕਰਨਾ ਸੀ ਹਲੇ? ਨਹੀਂ ਜੀ, ਕਰਨਾ ਸੀ ਵਿਆਹ ਤਾਂ ਅਜੇ ਅਸੀਂ। ਹਾਂਜੀ, ਦੇਖਣ ਵਾਲੇ ਆਉਂਦੇ ਸੀਗੇ ਤੇ ਕਹਿੰਦਾ ਸੀ ਪਹਿਲਾਂ ਮੇਰੇ ਵੱਡੇ ਭਰਾ ਦਾ ਹੋ ਜਾਵੇ ਫਿਰ ਮੈਂ ਕਰਵਾਉਂਗਾ। ਉਹ ਰਹਿੰਦਾ ਸੀ ਭਜਨ ਦਿਓਰ ਮੇਰਾ, ਰਹਿੰਦਾ ਸੀ ਵਿਚਾਲੇ, ਕਹਿੰਦਾ ਪਹਿਲਾਂ ਉਹਦਾ ਹੋ ਜਾਵੇ ਫਿਰ ਕਰਾਉਂਗਾ, ਮੈਂ ਉਹਨਾਂ ਚਿਰ ਨਹੀਂ ਕਰਾਉਂਦਾ ਹੈਗਾ। ਹਾਂਜੀ, ਤੇ ਯਾਦਗਾਰ ਦੀ ਮੰਗ ਕਰ ਰਹੇ ਯਾਦਗਾਰ? ਹਾਂਜੀ, ਬਸ ਯਾਦਗਾਰ ਬਣਨੀ ਚਾਹੀਦੀ ਆ, ਚਾਹੇ ਗੇਟ ਲਗਾ ਦੇਣ, ਚਾਹੇ ਉਹਦਾ ਬੁੱਤ ਲਗਾ ਦੇਣ, ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਹਾਂ ਵੀ ਸਾਡਾ ਚਾਚਾ ਸੀਗਾ ਹਨਾ। ਤੁਹਾਡੇ ਕਿੰਨੇ ਬੱਚੇ ਨੇ? ਮੇਰੇ 3 ਨੇ ਜੀ, 2 ਬੇਟੇ ਆ, 1 ਬੇਟੀ ਆ। ਕੀ ਕੰਮ ਕਰਦੇ ਬੇਟੇ ਜੀ? ਬੇਟੇ ਇੱਕ ਤਾਂ ਪ੍ਰਾਈਵੇਟ ਕੰਪਨੀ 'ਚ, ਵੱਡਾ ਤਾਂ ਗੁਰਵਿੰਦਰ, ਛੋਟਾ ਮਨਪ੍ਰੀਤ ਇੱਥੇ ਅਜੇ ਹੁਣੀ ਲੱਗਿਆ, ਉਹ ਫੈਕਟਰੀ 'ਚ ਲੱਗਿਆ ਬੂਟਾਂ ਵਾਲੀ 'ਚ। ਕਰਦਾ ਜੀ? ਹਾਂਜੀ, ਬੂਟਾਂ ਵਾਲੀ ਫੈਕਟਰੀ 'ਚ ਲੱਗਿਆ ਹੁਣੀ। ਮਜ਼ਦੂਰੀ ਕਰਦਾ ਜੀ? ਹਾਂਜੀ ਹਾਂਜੀ। ਮਾਲੀ ਹਾਲਤ ਕਿਹੋ ਜਿਹੀ ਹੈ ਜੀ ਕਰਦੇ? ਦਰਬਾਨੀ ਹੈ ਜੀ, ਬਸ ਠੀਕ ਹੀ ਹੈ ਜੀ, ਦਰਮਿਆਨੀ ਹੋਈ ਹੈ, ਨਾ ਵਾਲੀ ਵਧੀਆ ਹੀ ਹੈ ਤੇ ਨਾ ਵਾਲੀ ਘਟੀ ਹੋਈ ਹੈ, ਠੀਕ ਹੀ ਹੈ। ਚਲੋ ਠੀਕ ਹੈ ਜੀ। ਤੁਸੀਂ ਕੀ ਮੰਨਦੇ? ਚਲੋ ਨਹੀਂ ਬੋਲ ਸਕਦੇ, ਪਿੰਡ ਦੇ ਕੁਝ ਲੋਕ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰਪੰਚ ਆ ਸਾਡੇ ਨਾਲ ਗੱਲਬਾਤ ਕਰਾਂਗੇ। ਸਰਪੰਚ ਸਾਹਿਬ, ਕੀ ਕਹੋਗੇ, ਪਰਿਵਾਰ ਕਿਹੋ ਜਿਹਾ ਬਹਾਦਰ ਸਿੰਘ ਦਾ ਤੇ ਕੀ ਸੁਣਿਆ ਬਹਾਦਰ ਸਿੰਘ ਬਾਰੇ ਤੁਸੀਂ? ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਡੇਲੀ ਪੋਸਟ ਪੰਜਾਬੀ ਦਾ ਸਾਡੇ ਇੱਥੇ ਪਹੁੰਚਣ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਅੱਜ ਉਸ ਚੀਜ਼ ਨੂੰ ਲੈਣ ਲਈ ਅੱਗੇ ਆਏ ਹੋ ਜੋ ਅਸੀਂ ਸ਼ੁਰੂ ਤੋਂ ਮੰਗ ਕਰ ਰਹੇ ਹਾਂ। ਅਸੀਂ ਬਹਾਦਰ ਸਿੰਘ ਦਾ ਪਰਿਵਾਰ, ਸਾਡੇ ਵੱਡੇ ਵੀਰ ਸੀਗੇ, ਇਸ ਤੋਂ ਕਾਫੀ ਛੋਟੇ ਹੁੰਦੇ ਸੀਗੇ ਜਦੋਂ ਸ਼ਹੀਦ ਹੋਏ ਨੇ, ਔਰ ਬਹੁਤ ਪ੍ਰਾਊਡ ਫੀਲ ਹੁੰਦਾ ਸੀਗਾ ਕਿ ਸਾਡੇ ਪਿੰਡ ਦਾ ਸ਼ਹੀਦ ਨੇ ਸਾਡਾ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ। ਬਹੁਤ ਦੁੱਖ ਦੀ ਖਬਰ ਸੀ ਉਸ ਟਾਈਮ ਜਦੋਂ ਆਏ ਸੀਗੇ, ਅਸੀਂ ਛੋਟੇ ਹੁੰਦੇ ਸੀਗੇ। ਉਸ ਤੋਂ ਬਾਅਦ ਅਸੀਂ ਟੂਰਨਾਮੈਂਟ ਸ਼ੁਰੂ ਕੀਤਾ ਉਹਨਾਂ ਨਾਮ ਤੇ, ਬਹਾਦਰ ਸਿੰਘ ਨਾਮ ਤੇ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ, ਸਾਨੂੰ ਕੋਈ ਗੇਟ ਮੋਹਰਾ ਨਹੀਂ ਬਣਾਓ ਯਾਦਗਾਰੀ, ਤਾਂ ਜੋ ਆਉਣ ਵਾਲੇ ਲੋਕਾਂ ਨੂੰ ਪਤਾ ਲੱਗੇ, ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਇਸ ਪਿੰਡ ਦਾ ਸਰਦਾਰ ਬਹਾਦਰ ਸਿੰਘ ਜੀ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਸੀਗੀ। ਤੇ ਉਸ ਤੋਂ ਬਾਅਦ ਨਾ ਤਾਂ ਕੋਈ ਪਰਿਵਾਰ ਨੂੰ ਕੋਈ ਫੌਤੀ ਇਹਨਾਂ ਨੇ ਦੁਆਰਾ ਪੁੱਛ ਕੀਤੀ ਹੈ। ਸਮੇਂ ਸਰਕਾਰਾਂ ਆਉਂਦੀਆਂ ਨੇ, ਲਾਰੇ ਲਾਉਂਦੀਆਂ ਨੇ, ਹਰ ਟੂਰਨਾਮੈਂਟ ਤੇ ਆਉਂਦੀਆਂ ਨੇ। ਸਾਡੇ 50 ਟੂਰਨਾਮੈਂਟ ਹੋ ਚੁੱਕੇ ਆ ਤੇ ਕੋਈ ਅਜੇ ਤੱਕ ਸਾਨੂੰ ਕਿਸੇ ਨੇ ਕੋਈ ਬੁੱਤ ਲਈ ਜਾਂ ਗੇਟ ਲਈ ਕਿਸੇ ਨੇ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ। ਅਸੀਂ ਚਾਹੁੰਦੇ ਹਾਂ ਆਉਣ ਵਾਲੀ ਪੀੜ੍ਹੀ ਲਈ, ਆਉਣ ਵਾਲੀ ਪੀੜ੍ਹੀ ਲਈ ਇਹ ਹੈ ਕਿ ਜੇ ਅਗਰ ਬੁੱਤ ਜਾਂ ਕੋਈ ਗੇਟ ਬਣੇਗਾ ਜਾਂ ਉਹਨਾਂ ਦੀ ਕੋਈ ਯਾਦਗਾਰ ਪ੍ਰੋਪਰ ਬਣੇਗੀ, ਸਟੇਡੀਅਮ ਵਿੱਚ ਸਾਡੇ ਕੋਲ 300 ਬੱਚਾ ਖੇਡਦਾ, ਤਾਂ ਹੀ ਉਹਨਾਂ ਨੂੰ ਪਤਾ ਚੱਲੇਗਾ ਨਾ ਕਿ ਸਰਦਾਰ ਬਹਾਦਰ ਸਿੰਘ ਸ਼ਹੀਦ ਹੋਏ ਸੀਗੇ, ਇਸ ਪਿੰਡ ਦੇ ਸੀਗੇ ਜੋ ਦੇਸ਼ ਲਈ ਆਪਣੀ ਕੁਰਬਾਨੀ ਦੇ ਚੁੱਕੇ ਆ। ਸਮੇਂ ਸਰਕਾਰਾਂ ਜਦੋਂ ਕੋਈ ਸ਼ਹੀਦ ਆਉਂਦਾ ਹੋ ਜਾਂਦਾ, ਹੁਣ ਕਿੰਨੇ ਸ਼ਹੀਦ ਹੋਏ ਪਿੱਛੇ, ਤਾਂ ਵੱਖੀ ਰੌਲਾ ਪਾਈ ਜਾਂਦੇ ਆ। ਉਹ ਸਿਰਫ ਉਹਨੇ ਟਾਈਮ ਲਈ ਹੁੰਦਾ ਜਿੰਨਾ ਟਾਈਮ ਬਸ ਭੋਗ ਤੱਕ, ਉਸ ਤੋਂ ਬਾਅਦ ਕੁਝ ਨਹੀਂ ਹੈਗਾ। ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਪਰਿਵਾਰਾਂ ਨੂੰ ਦੁੱਖ ਲੱਗਿਆ ਉਹਨਾਂ ਦੀ ਯਾਦਗਾਰਾਂ, ਉਹਨਾਂ ਦੇ ਸ਼ਹੀਦਾਂ ਦੀ ਯਾਦਗਾਰਾਂ ਬਣਾਈ ਜਾਣ, ਤਾਂ ਜੋ ਆਉਣ ਵਾਲੀ ਪੀੜ੍ਹੀ ਤੱਕ ਇੱਕ ਉਦਾਹਰਨ ਬਣੇ ਕਿ ਇਸ ਪਰਿਵਾਰ ਦਾ ਕੋਈ ਸ਼ਹੀਦ ਹੋਇਆ ਸੀਗਾ ਤੇ ਅਸੀਂ ਉਸ ਨੂੰ ਸਿਜਦਾ ਕਰੀਏ।
ਬਿਲਕੁਲ ਜੀ, ਹਾਲਾਂਕਿ ਗਰੀਬ ਪਰਿਵਾਰ ਆ ਨਾਇਕ ਬਹਾਦਰ ਸਿੰਘ, ਸ਼ਹੀਦ ਨਾਇਕ ਬਹਾਦਰ ਸਿੰਘ ਦਾ, ਪਰ ਫਿਰ ਵੀ ਉਹਨਾਂ ਨੇ ਆਪਣੇ ਲਈ ਕੁਝ ਨਹੀਂ ਮੰਗਿਆ, ਮਤਲਬ ਸ਼ਹੀਦ ਬਹਾਦਰ ਸਿੰਘ ਦੇ ਲਈ ਯਾਦਗਾਰ ਦੀ ਮੰਗ ਕੀਤੀ ਹੈ। ਸਾਡੇ ਨਾਲ ਕੁਝ ਹੋਰ ਪਿੰਡ ਦੇ ਲੋਕ ਮੌਜੂਦ ਨੇ। ਕੀ ਕਹੋਗੇ, ਕਿੰਨੀ ਵੱਡੀ ਕੁਰਬਾਨੀ ਦੇਸ਼ ਦੇ ਲਈ ਜਿਹੜੀ ਦਿੱਤੀ ਗਈ ਹੈ ਬਹਾਦਰ ਸਿੰਘ ਵੱਲੋਂ? ਸਾਡੇ ਪਿੰਡ ਦੇ ਬਹਾਦਰ ਸਿੰਘ ਨਾਇਕ ਸੂਬੇਦਾਰ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਕਾਰਗਿਲ ਦੇ ਵਿੱਚ, ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਸਾਰਾ ਪਿੰਡ ਬੁੱਤ ਨੂੰ ਜਦ ਉਹਦੀ ਗੇਟ ਵਾਸਤੇ ਮਨਜ਼ੂਰ ਕਰਦਾ ਹੈ। ਠੀਕ ਹੈ ਜੀ, ਯਾਦਗਾਰ ਹੋਣੀ ਚਾਹੀਦੀ ਹਾਂ ਯਾਦਗਾਰ ਹੋਣੀ ਚਾਹੀਦੀ ਜੀ। ਠੀਕ ਹੈ ਜੀ, ਤਾਂ ਜੋ ਲੋਕਾਂ ਹੋਰਾਂ ਨੂੰ ਪਤਾ ਲੱਗ ਸਕੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਵੀ ਸਾਡੇ ਪਿੰਡ ਦੇ ਸ਼ਹੀਦ ਹੋਇਆ ਬਹਾਦਰ ਸਿੰਘ। ਠੀਕ ਹੈ ਜੀ। ਬਿਲਕੁਲ ਜੀ, ਦੱਸ ਦਈਏ ਕਿ ਛੋਟੀ ਉਮਰ ਦੇ ਵਿੱਚ ਹੀ ਨਾਇਕ ਸ਼ਹੀਦ ਬਹਾਦਰ ਸਿੰਘ ਨੂੰ ਦੇਸ਼ ਪ੍ਰਤੀ ਜਜ਼ਬਾ ਸੀ, ਫੌਜ ਵਿੱਚ ਭਰਤੀ ਹੋਣ ਦਾ ਜਨੂਨ ਸੀ, ਜਿਸ ਨੂੰ ਲੈ ਕੇ 10ਵੀਂ ਪਾਸ ਕਰਨ ਤੋਂ ਬਾਅਦ ਹੀ ਇਸ ਨੌਜਵਾਨ ਨੂੰ ਭਰਤੀ ਕਰ ਲਿੱਤਾ ਗਿਆ ਫੌਜ ਦੇ ਵਿੱਚ ਤੇ ਟਾਈਗਰ ਹਿੱਲ ਦੇ ਭੇਜ ਦਿੱਤਾ ਗਿਆ। ਜੀ ਹਾਂ, ਟਾਈਗਰ ਹਿੱਲ ਦੇ ਵਿੱਚ ਭੇਜਣ ਤੋਂ ਬਾਅਦ ਉਸ ਨੂੰ ਉੱਥੇ ਤਾਇਨਾਤ ਕੀਤਾ ਗਿਆ, ਜਿਸ ਤੋਂ ਬਾਅਦ 35 ਸਿੰਘਾਂ ਨੇ 8 ਸਿੱਖ ਰੈਜੀਮੈਂਟ ਦੇ ਜਵਾਨ ਸ਼ਹੀਦਾਂ ਨੇ ਸ਼ਹਾਦਤ ਪਾ ਲਈ ਅਤੇ 80 ਦੇ ਕਰੀਬ ਫੌਜੀ ਜਿਹੜੇ ਹੈਗੇ ਨੇ ਉਹ ਜ਼ਖਮੀ ਹੋ ਗਏ ਸੀ। ਪਰ ਟਾਈਗਰ ਹਿੱਲ ਤੇ ਫਤਿਹ ਜਿਹੜੀ ਹੈਗੀ ਆ ਉਹ ਪ੍ਰਾਪਤ ਕਰ ਲਈ ਸੀ 8 ਸਿੱਖ ਰੈਜੀਮੈਂਟ ਦੇ ਇਹਨਾਂ ਸਿੱਖ ਨੌਜਵਾਨਾਂ ਵੱਲੋਂ। ਪਰ ਅਫਸੋਸ ਇਹ ਆ ਕਿ ਮ੍ਰਿਤਕ ਸ਼ਹੀਦ ਨਾਇਕ ਬਹਾਦਰ ਸਿੰਘ ਦੇ ਘਰ ਖੜਿਆ ਪਿੰਡ ਬਨਭੌਰਾ ਵਿਖੇ, ਜਿੱਥੇ ਕਿ ਪਿੰਡ ਦੀ ਵਿੱਚ ਜਿਹੜਾ ਉਸਦਾ ਘਰ ਹੈ, ਜੱਦੀ ਘਰ ਹੈ, ਪਰ ਪਿੰਡ ਇਸ ਪਰਿਵਾਰ ਵੱਲੋਂ ਤਾਂ ਆਪਣੇ ਲਈ ਤਾਂ ਕੁਝ ਨਹੀਂ ਮੰਗਿਆ ਗਿਆ। ਹਾਲਾਂਕਿ ਮਾਲੀ ਹਾਲਤ ਵੀ ਇੰਨੀ ਜ਼ਿਆਦਾ ਸਹੀ ਨਹੀਂ, ਪਰ ਫਿਰ ਵੀ ਉਹਨਾਂ ਕਿਹਾ ਕਿ ਉਹ ਇੰਨੇ ਭੁੱਖੇ ਨਹੀਂ ਕਿ ਆਪਣੇ ਸ਼ਹੀਦ ਭਰਾ ਦੇ ਨਾਂ ਤੇ ਕੁਝ ਆਪਣੇ ਲਈ ਮੰਗਣ। ਉਹਨਾਂ ਜੋ ਮੰਗਿਆ, ਪਿੰਡ ਦੇ ਲੋਕਾਂ ਨੇ ਜੋ ਮੰਗਿਆ, ਉਸ ਦੀ ਯਾਦ ਦੇ ਵਿੱਚ ਇੱਕ ਯਾਦਗਾਰ ਬੁੱਤ ਜਾਂ ਫਿਰ ਕੋਈ ਗੇਟ, ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਮਹਾਨ ਨਾਇਕ ਸ਼ਹੀਦ ਬਹਾਦਰ ਸਿੰਘ ਨੂੰ ਹਮੇਸ਼ਾ ਯਾਦ ਰੱਖਣ ਤੇ ਉਸ ਦੇ ਨਕਸ਼ੇ ਕਦਮ ਤੇ ਚੱਲਣ ਤੇ ਦੇਸ਼ ਦੇ ਲਈ ਜਿਹੜਾ ਫੌਜ ਦੇ ਵਿੱਚ ਭਰਤੀ ਹੋਣ ਦਾ ਜਜ਼ਬਾ ਜਿਹੜਾ ਉਹ ਬਚਪਨ ਦੇ ਵਿੱਚ ਹੀ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਜਾਵੇ। ਮਲੇਰਕੋਟਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੁੱਖਾ ਖੇੜੀਵਾਲਾ।